ਸੈਮੀਆਮੂ, ਕੈਟਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦਾ ਅੰਪਾਇਰ ਬੈਂਕਟ ਹਾਲ ਅਤੇ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਅੰਟਾਰੀਓ ਦੇ ਵਿੱਚ ਹੋਈਆਂ ਚੋਣਾਂ ਦੀ, ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਉੱਤੇ ਕੀ ਜੋੜ ਤੋੜ ਹੋ ਰਿਹਾ ਉਹਦੀ ਗੱਲ ਕਰਾਂਗੇ। ਭਗਵੰਤ ਮਾਨ ਹੋਣੀ ਸਿੱਧੂ ਮੂਸੇਵਾਲੇ ਦੇ ਪਿੰਡ ਅਫਸੋਸ ਕਰਕੇ ਆਏ ਆ, ਉਹਦੀ ਵੀ ਗੱਲ ਕਰਨੀ ਆ, ਅਤੇ ਨਾਲੇ ਗੱਲ ਕਰਨੀ ਆ ਜੈਦਰ ਹਰਪ੍ਰੀਤ ਸਿੰਘ ਹੋਣਾ ਵੱਲੋਂ ਜਿਹੜੀ ਜ਼ੈਡ ਸਿਕਿਉਰਿਟੀ ਦੀ ਪੇਸ਼ਕਸ਼ ਜਿਹੜੀ ਠੁਕਰਾਈ ਗਈ ਹੈ, ਕੇਂਦਰ ਸਰਕਾਰ ਵੱਲੋਂ ਪੇਸ਼ਕਸ਼ ਹੋਈ ਸੀ ਉਹਨਾਂ ਨੂੰ। ਅਤੇ ਇਸ ਦੇ ਨਾਲ ਅਖੀਰ ਦੇ ਵਿੱਚ ਆਪਾਂ ਜੂਨ 84 ਦੇ ਘੱਲੂ ਘਾਰੇ ਬਾਰੇ ਕੁਝ ਗੱਲਬਾਤ ਕਰਾਂਗੇ। ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ। ਪ੍ਰੋਗਰਾਮ ਦਾ ਸਹੋਤਾ ਸ਼ੋਅ 'ਚ ਇੱਕ ਵਾਰ ਆਪ ਦਾ ਫਿਰ ਨਿੱਘਾ ਸਵਾਗਤ ਹੈ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੰਟਾਰੀਓ ਦੀਆਂ ਚੋਣਾਂ ਤੋਂ। ਕੈਨੇਡਾ ਦਾ ਵੱਡਾ ਸੂਬਾ ਅੰਟਾਰੀਓ, ਜਿੱਥੇ ਕਿ ਡਗ ਫੋਰਡ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਦੂਜੀ ਵਾਰੀ ਸਰਕਾਰ ਬਣਾਉਣ 'ਚ ਕਾਮਯਾਬ ਹੋਏ ਆ, ਉਹ ਵੀ ਬਹੁਤ ਵੱਡੇ ਫਰਕ ਦੇ ਨਾਲ। 83 ਸੀਟਾਂ ਉਹਨਾਂ ਨੇ ਜਿੱਤੀਆਂ। NDP ਨੂੰ 31 ਸੀਟਾਂ ਮਿਲੀਆਂ, ਲਿਬਰਲ ਪਾਰਟੀ ਨੂੰ ਸਿਰਫ 8 ਸੀਟਾਂ ਮਿਲੀਆਂ ਅਤੇ ਗ੍ਰੀਨ ਪਾਰਟੀ ਨੂੰ 1 ਦੇ ਨਾਲ ਸਬਰ ਕਰਨਾ ਪਿਆ। ਸੋ ਇਹ ਜਿਹੜੀ ਸਰਕਾਰ ਆ ਦੁਬਾਰਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਬਣੀ ਆ। ਅਤੇ ਜਿਹੜੀ ਚਿੰਤਾ ਵਾਲੀ ਗੱਲ ਇੱਕ ਤਾਂ ਇਹ ਆ ਕਿ ਜਿਹੜੇ ਲੋਕ ਆ ਬਹੁਤ ਘੱਟ ਵੋਟਾਂ ਪਾਉਣ ਲਈ ਨਿਕਲੇ ਆ। ਜਿਹੜੇ ਖਬਰਾਂ ਦੇਣ ਤੱਕ ਦੇ ਆંકੜੇ ਸੀਗੇ ਉਹਨਾਂ ਵਿੱਚ ਇਹੀ ਦੱਸਿਆ ਕਿ 44% ਦੀ ਲੋਕਾਂ ਨੇ ਜਿਹੜੀਆਂ ਹਾਲੇ ਤੱਕ ਵੋਟਾਂ ਪਾਈਆਂ ਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਆ, ਕਿਉਂ ਲੋਕਾਂ ਦਾ ਚੋਣਾਂ ਦੇ ਵਿੱਚ ਵਿਸ਼ਵਾਸ ਜਿਹੜਾ ਇੰਨਾ ਘਟਿਆ ਆ। ਬੇਸ਼ੱਕ ਅੱਡ ਅੱਡ ਪਾਰਟੀਆਂ ਆ, ਜਿਹੜੀ ਪਾਰਟੀ ਲਿਬਰਲ ਪਾਰਟੀ ਅਤੇ NDP ਜਿਹੜੀ ਆ ਉਹ ਸੂਬਿਆਂ ਦੇ ਵਿੱਚ ਹੋ ਰਿਹਾ, ਜਿਹੜੀ ਉੱਪਰ ਕੇਂਦਰ ਵਿੱਚ ਆ ਉਹ ਹੋ ਰਿਹਾ, ਥੋੜ੍ਹਾ ਫਰਕ ਆ। ਹਾਲਾਂਕਿ NDP ਦੇ ਵਿੱਚ ਥੋੜ੍ਹਾ ਘੱਟ ਫਰਕ ਹੈ, ਲਿਬਰਲ ਦੇ ਵਿੱਚ ਤਾਂ ਬਹੁਤ ਫਰਕ ਆ। ਇਸ ਤਰ੍ਹਾਂ ਟੋਰੀ ਪਾਰਟੀ, ਕੰਜ਼ਰਵੇਟਿਵ ਪਾਰਟੀ ਦਾ ਵੀ ਥੋੜ੍ਹਾ ਬਹੁਤਾ ਫਰਕ ਸੂਬਿਆਂ ਦੇ ਵਿੱਚ ਅਤੇ ਫੈਡਰਲ ਵਿੱਚ ਹੈਗਾ, ਪਰ ਬਹੁਤੀ ਕਰਕੇ ਲੋਕਾਂ ਦੀ ਸੋਚ ਜਿਹੜੀ ਉਹੀ ਆ। ਸੋ ਜੇਕਰ ਇਸ ਸੋਚ ਨੂੰ ਉਧਾਰ ਮੰਨ ਕੇ ਰਿਜ਼ਲਟ ਦੇਖੀਏ ਤਾਂ ਕੈਨੇਡਾ ਭਰ ਦੇ ਵਿੱਚ ਲਿਬਰਲ ਪਾਰਟੀ ਨੂੰ ਅਤੇ NDP ਪਾਰਟੀ ਲਈ ਸੋਚਣ ਦਾ ਵੇਲਾ ਆ, ਪਰੇਸ਼ਾਨੀ ਦਾ ਵੇਲਾ ਆ, ਕਿਉਂਕਿ ਜਿਹੜਾ ਉਹਨਾਂ ਦਾ ਵੋਟ ਬੈਂਕ ਆ ਉਹ ਕਾਫੀ ਘਟਿਆ। ਕੁਬੈਕ ਅਤੇ ਅੰਟਾਰੀਓ ਦੋ ਅਜਿਹੇ ਸੂਬੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਪਾਰਟੀ ਦੀ ਸੋਚ ਵੱਧ ਜਾਂਦੀ ਆ ਉਹ ਕੈਨੇਡਾ ਦੀ ਸਰਕਾਰ ਬਣਾ ਜਾਂਦੇ ਆ। ਸੋ ਜਿਸ ਤਰੀਕੇ ਦੇ ਨਾਲ ਅੰਟਾਰੀਓ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਵੱਡੇ ਮਾਰਕੇ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ, ਉਹਦੇ ਨਾਲ ਘੱਟੋ ਘੱਟ ਟਰੂਡੋ ਵਾਸਤੇ ਵੱਡੀ ਚਿੰਤਾ ਜਿਹੜੀ ਆ ਖੜ੍ਹ ਜਾਣੀ ਆ ਕਿ ਅਗਾਂਹ ਭਵਿੱਖ ਜਿਹੜਾ ਕਿਹੋ ਜਿਹਾ ਹੋ ਸਕਦਾ, ਕਿਉਂਕਿ ਅੰਟਾਰੀਓ ਦੇ ਵਿੱਚ ਜੇਕਰ ਟੋਰੀ ਸੋਚ ਜਿਹੜੀ ਆ ਵੱਧਦੀ ਆ ਉਹਦਾ ਸਿੱਧਾ ਨੁਕਸਾਨ ਲਿਬਰਲ ਪਾਰਟੀ ਨੂੰ ਜਿਹੜੀਆਂ ਚੋਣਾਂ ਜੇ ਹੋ ਸਕਦੀਆਂ ਕਿਸੇ ਵੇਲੇ ਵੀ ਤਾਂ ਹੋ ਸਕਦਾ ਜੀ। ਇਸ ਦੇ ਨਾਲ ਹੀ ਆਪਾਂ ਗੱਲ ਕਰਨੀ ਆ ਪੰਜਾਬ ਦੀ। ਪੰਜਾਬ ਦੇ ਵਿੱਚ ਸੰਗਰੂਰ ਜ਼ਿਮਨੀ ਚੋਣ ਜਿਹੜੀ ਆ ਚਰਚਾ ਦਾ ਕੇਂਦਰ ਬਣੀ ਹੋਈ ਆ। 23 ਜੂਨ ਨੂੰ ਜਿਹੜੀਆਂ ਇਹਦੀਆਂ ਚੋਣਾਂ ਹੋਣੀਆਂ ਜ਼ਿਮਨੀ ਚੋਣ ਦੇ ਉੱਤੇ, ਇਹ ਸੰਗਰੂਰ ਦੇ ਵਾਸਤੇ ਲੋਕ ਸਭਾ ਸੀਟ ਵਾਸਤੇ 26 ਜੂਨ ਨੂੰ ਨਤੀਜੇ ਆਉਣੇ ਆ। ਆਮ ਆਦਮੀ ਪਾਰਟੀ ਵੱਲੋਂ ਇੱਕ ਵਲੰਟੀਅਰ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਜਿਹੜਾ ਜੀ ਐਲਾਨਿਆ ਗਿਆ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਵੀ ਆ, ਸੰਗਰੂਰ ਇਲਾਕੇ ਵਿੱਚ ਪੈਂਦੇ ਪਿੰਡ ਘਰਾਚੋਂ ਦੇ ਸਰਪੰਚ ਆ। ਇਹਨਾਂ ਦੇ ਘਰਾਂ ਦੇ ਵਿੱਚੋਂ ਚਾਚੇ ਤਾਏ ਦੇ ਬੇਟੇ ਸੁਖਬੀਰ ਸਿੰਘ ਸੁੱਖੀ ਮੁੱਖ ਮੰਤਰੀ ਭਗਵੰਤ ਮਾਨ ਦੇ PA ਆ, ਅਤੇ ਘਰਾਚੋਂ ਪਿੰਡ ਦੇ ਵਿੱਚੋਂ ਹੋਰ ਵੀ ਬਹੁਤ ਵਲੰਟੀਅਰਾਂ ਨੂੰ ਨਾਮਣਾ ਮਿਲਿਆ। ਰਾਜਵੀਰ ਸਿੰਘ ਜਿਹੜੇ ਮੁੱਖ ਮੰਤਰੀ ਦੇ OSD ਆ ਉਹ ਵੀ ਘਰਾਚੋਂ ਪਿੰਡ ਤੋਂ ਹੀ ਹੈਗੇ ਆ। ਸੋ ਇਹ ਕਾਫੀ ਜਿਹੜੀ ਗੱਲਬਾਤ ਚੱਲ ਰਹੀ ਸੀ ਕਿ ਸ਼ਾਇਦ ਪਰਿਵਾਰਵਾਦ ਨਾ ਹਾਵੀ ਹੋ ਜਾਵੇ, ਭਗਵੰਤ ਮਾਨ ਹੁਣੀ ਆਪਣੀ ਭੈਣ ਨੂੰ ਨਾ ਟਿਕਟ ਦੇ ਦੇਣ ਜਾਂ ਦਿੱਲੀੋਂ ਕੋਈ ਉਮੀਦਵਾਰ ਜਿਹੜਾ ਨਾ ਉਤਾਰਿਆ ਜਾਵੇ। ਪਰ ਜਿਸ ਤਰੀਕੇ ਨਾਲ ਹਾਲਾਤ ਬੜੀ ਤੇਜ਼ੀ ਨਾਲ ਬਦਲੇ ਆ ਬੀਤੇ ਕੁਝ ਹਫ਼ਤਿਆਂ ਦੇ ਵਿੱਚ, ਆਮ ਆਦਮੀ ਪਾਰਟੀ ਦਾ ਵਿਰੋਧ ਬਹੁਤ ਹੋਇਆ। ਸੋ ਇਸ ਕਰਕੇ ਵਲੰਟੀਅਰ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤਾਂ ਕਿ ਜਿਹੜਾ ਇਹ ਬੇਲੋੜਾ ਵਿਰੋਧ ਹੈ ਉਹ ਬੰਦ ਹੋ ਸਕੇ। ਦੂਜੇ ਪਾਸੇ ਸਰਦਾਰ ਸਿਮਰਨ ਸਿੰਘ ਮਾਨ ਇਸ ਇਲਾਕੇ ਦੀ ਸਿਰਕੱਢਵੀਂ ਸ਼ਖਸੀਅਤ ਆ, ਅਤੇ ਉਹ ਜਿਹੜੇ ਆ ਪਹਿਲਾਂ ਐਲਾਨ ਕਰ ਚੁੱਕੇ ਆ ਕਿ ਮੈਂ ਇੱਥੋਂ ਚੋਣ ਲੜਨੀ ਆ। ਅਤੇ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਚਾਹੇ ਅਕਾਲੀ ਦਲ ਆ ਜਾਂ ਹੋਰ ਜਿਹੜੇ ਅਕਾਲੀ ਦਲ ਬਲ ਤੋਂ ਬਿਨਾਂ ਅਕਾਲੀ ਦਲ ਆ ਉਹ ਇਕੱਠੇ ਹੋਏ ਆ ਬੀਤੇ ਵਿੱਚ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ। ਅਤੇ ਅੱਜ ਬੜਾ ਇੱਕ ਅਨੋਖਾ ਘਟਨਾਕ੍ਰਮ ਵਾਪਰਿਆ ਕਿ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਆ, ਨਾਲ ਪ੍ਰੇਮ ਸਿੰਘ ਚੰਦੂ ਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਾ ਕੇ ਸਿਮਰਨ ਸਿੰਘ ਮਾਨ ਉਹਨਾਂ ਨੂੰ ਮਿਲੇ ਆ, ਵਿਚਾਰਾਂ ਹੋਈਆਂ। ਲੋਕਾਂ ਨੇ ਤਾਂ ਅੰਦਾਜ਼ੇ ਲਾ ਲਏ ਸੀਗੇ ਕਿ ਸਿਮਰਨ ਸਿੰਘ ਮਾਨ ਉਹਨਾਂ ਨੂੰ ਇਸ ਹਲਕੇ ਤੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਆ, ਪਰ ਜਿਹੜਾ ਸੁਖਬੀਰ ਬਾਦਲ ਹੁਣੀ ਟਵੀਟ ਕੀਤਾ ਆ, ਫੋਟੋਆਂ ਨਾਲ ਜਾਰੀ ਕੀਤੀਆਂ ਆ ਜਿਹਦੇ ਵਿੱਚ ਸਾਰੇ ਜਾਣੇ ਖੜ੍ਹੇ ਆ, ਉਹਦੇ ਵਿੱਚ ਉਹ ਗੱਲ ਇਹੀ ਕਹਿ ਰਹੇ ਆ ਕਿ ਅਸੀਂ ਹਾਲੇ ਸਲਾਹ ਵਟਾਂਦਰਾ ਜਿਹੜਾ ਕਰ ਰਹੇ ਹਾਂ ਕਿ ਕਿਸੇ ਬੰਦੀ ਸਿੰਘ ਦੇ ਪਰਿਵਾਰ ਨੂੰ ਸੰਗਰੂਰ ਲੋਕ ਸਭਾ ਚੋਣ ਜਿਹੜੀ ਆ ਉਹ ਲੜਾਈ ਜਾਵੇ, ਅਤੇ ਇਸ ਦੇ ਨਾਲ ਹੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਉਹਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਆ। ਸੋ ਸੰਗਰੂਰ ਲੋਕ ਸਭਾ ਸੀਟ ਵਾਸਤੇ ਅੱਜ ਸੁਖਬੀਰ ਬਾਦਲ ਹੋਣੀ, ਉਹਨਾਂ ਦੇ ਸਾਥੀ ਜਿਹੜੇ ਆ
ਸਿਮੀ ਸਿੰਘ ਮਾਨ ਹੁਣਾਂ ਨੂੰ ਮਿਲ ਕੇ ਆਏ ਆ। ਸੋ ਇਹ ਮੁਲਾਕਾਤ ਜਿਹੜੀ ਹੋਣੀ ਆ ਆਪਣੇ ਆਪ ਦੇ ਵਿੱਚ ਬੜੀ ਅਨੋਖੀ ਗੱਲ ਆ। ਇਹਦੇ ਬੜੇ ਹਾਂ ਪੱਖੀ ਅਤੇ ਨਾ ਪੱਖੀ ਮਤਲਬ ਕੱਢੇ ਜਾ ਸਕਦੇ ਆ। ਇਸ ਨੇ ਸਿੱਧ ਕੀਤਾ ਆ ਕਿ ਸਿੱਖ ਰਾਜਨੀਤੀ ਵੀ ਸਮੇਂ ਦੇ ਮੁਤਾਬਕ ਬਦਲਣ ਨਿਕਲੀ ਆ। ਇਹਦੇ ਗਾਂਹ ਜਾ ਕੇ ਨਤੀਜੇ ਚੰਗੇ ਨਿਕਲਦੇ ਆ ਜਾਂ ਮਾੜੇ ਨਿਕਲਦੇ ਆ, ਇਹ ਸਮਾਂ ਦੱਸੂਗਾ। ਪਰ ਅਖੀਰ 'ਚ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਸਿਆਸਤਦਾਨਾਂ ਨੇ ਵੀ ਸਮਝ ਲਿਆ ਆ, ਗੱਲ ਇਹ ਕਬੂਲ ਕਰ ਲਈ ਆ ਕਿ ਰਾਜਨੀਤੀ ਵਿੱਚ ਜਿਹੜੇ ਆ ਸਿਧਾਂਤਕ ਪੈਂਤੜੇ ਜਾਂ ਹਮੇਸ਼ਾ 2 ਜਾਂ 2 4 ਨਹੀਂ ਹੁੰਦੇ, ਇੱਧਰ ਉੱਧਰ ਹੋਣਾ ਪੈਂਦਾ। ਸੋ ਇਹ ਜਿਹੜੀ ਮੀਟਿੰਗ ਇਹਦੇ ਵਿੱਚੋਂ ਕੀ ਨਿਕਲਦਾ ਆ, ਇਹ ਸ਼ਾਇਦ 1-2 ਦਿਨਾਂ ਵਿੱਚ ਆਪਾਂ ਨੂੰ ਪਤਾ ਲੱਗ ਸਕਦਾ ਆ। ਸਿਮੀ ਸਿੰਘ ਮਾਨ ਦੇ ਨਾਂ ਦੇ ਉੱਤੇ ਸਹਿਮਤੀ ਬਣਦੀ ਆ, ਸਾਰੇ ਅਕਾਲੀ ਦਲ ਉਹਨਾਂ ਨੂੰ ਸਪੋਰਟ ਕਰਦੇ ਆ, ਜਾਂ ਕਿਸੇ ਹੋਰ ਇੱਕ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੋਣੀ ਆ। ਪਹਿਲਾਂ ਕਮਲਦੀਪ ਕੌਰ ਜੋ ਕਿ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਦੇ ਭੈਣ ਜੀ ਆ, ਉਹਨਾਂ ਦੇ ਨੂੰ ਵੀ ਇੱਕ ਕੁਝ ਪਾਰਟੀਆਂ ਨੇ ਜਿਹੜਾ ਦਲਾਂ ਨੇ ਅਨਾਊਂਸ ਕੀਤਾ ਸੀਗਾ ਕਿ ਉਹ ਉਮੀਦਵਾਰ ਹੋਣਗੇ, ਪਰ ਉਹਨਾਂ ਨੇ ਆਪਣਾ ਨਾਂ ਜਿਹੜਾ ਵਾਪਸ ਲੈ ਲਿਆ। ਸੋ ਹੁਣ ਕਿਸ ਦੇ ਨਾਂ ਦੇ ਉੱਤੇ ਸਹਿਮਤੀ ਹੁੰਦੀ ਆ, ਇਹ ਸ਼ਾਇਦ 1-2 ਦਿਨ ਦੇ ਵਿੱਚ ਪਤਾ ਲੱਗ ਸਕਦਾ। ਬਾਕੀ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਮਨਾ ਰਹੀ ਆ, ਸਾਰਿਆਂ ਨੂੰ ਅਪੀਲ ਕਰ ਰਹੀ ਹੈ ਕਿ ਜਿਹੜੇ ਸਾਡੇ ਵਿਛੜ ਗਏ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਉਹਨਾਂ ਨੂੰ ਸਾਂਝਾ ਕਹਿੰਦੇ ਉਮੀਦਵਾਰ ਬਣਾਇਆ ਜਾਵੇ, ਵੀ ਕੋਈ ਪਾਰਟੀ ਉਹਨਾਂ ਦੇ ਉਲਟ ਉਮੀਦਵਾਰ ਹੀ ਨਾ ਖੜਾ ਕਰੇ ਅਤੇ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ। ਕਾਂਗਰਸ ਇਹ ਗੱਲ ਕਰ ਰਹੀ ਆ। ਸੋ ਜੇਕਰ ਬਾਕੀ ਪਾਰਟੀਆਂ ਨਹੀਂ ਮੰਨਦੀਆਂ ਤਾਂ ਕੀ ਉਹ ਸਰਦਾਰ ਬਲਕੌਰ ਸਿੰਘ ਉਹਨਾਂ ਨੂੰ ਚੋਣ ਲੜਾਉਣਗੇ ਜਾਂ ਕੋਈ ਹੋਰ ਉਮੀਦਵਾਰ ਦੇਣਗੇ, ਇਹ ਵੀ ਗੱਲ ਸ਼ਾਇਦ 1-2 ਦਿਨਾਂ ਦੇ ਵਿੱਚ ਕਲੀਅਰ ਹੋ ਜਾਵੇ, ਕਿਉਂਕਿ ਵੋਟਾਂ 23 ਜੂਨ ਨੂੰ ਨਿਸ਼ਚਿਤ ਆ। ਸੋ ਉਹਦੇ ਵਾਸਤੇ ਉਮੀਦਵਾਰ ਪਹਿਲਾਂ ਹੀ ਦੇਣੇ ਪੈਣੇ ਆ। ਇਸ ਦੇ ਨਾਲ ਹੀ ਅੱਜ ਪਿੰਡ ਮੂਸਾ ਵਿਖੇ ਭਗਵੰਤ ਮਾਨ ਹੋਣੀ ਜਿਹੜੇ ਆ ਉਹ ਪਰਿਵਾਰ ਦੇ ਨਾਲ ਅਫਸੋਸ ਕਰਨ ਗਏ ਜੀ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੱਡੇ ਰਾਜਨੀਤਿਕ ਆਗੂ ਜਿਨ੍ਹਾਂ ਦੇ ਵਿੱਚ ਸੁਖਬੀਰ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਇਸ ਤੋਂ ਇਲਾਵਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕਾਂਗਰਸ ਪਾਰਟੀ ਵੱਲੋਂ ਵੱਡੇ ਵੱਡੇ ਆਗੂ ਗਜਿੰਦਰ ਸਿੰਘ ਸ਼ੇਖਾਵਤ ਭਾਜਪਾ ਦੇ ਅਤੇ ਅਰਵਿੰਦ ਖੰਨਾ ਵਗੈਰਾ, ਉਹ ਜਾ ਕੇ ਅਫਸੋਸ ਕਰਕੇ ਆਏ ਆ। ਸੋ ਹੁਣ ਤਵੱਕੋ ਸੀਗੀ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਉਹਨਾਂ ਨੇ ਵੀ ਜਾਣਾ। ਕੱਲ੍ਹ ਦੀ ਜਿਹੜੀ ਗੱਲ ਇਹ ਚੱਲ ਰਹੀ ਸੀਗੀ, ਪਹਿਲਾਂ ਉਹਨਾਂ ਨੇ ਸਵੇਰੇ 8 ਵਜੇ ਜਾਣ ਦਾ ਪ੍ਰੋਗਰਾਮ ਸੀਗਾ। ਇੱਕ ਉਹਨਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਪਹੁੰਚੇ, ਉੱਥੇ ਹਾਜ਼ਰ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ, ਜਿਸ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ, ਪਿੰਡ ਵਿੱਚੋਂ ਨਿਕਲਣਾ ਪਿਆ। ਫਿਰ ਭਗਵੰਤ ਮਾਨ ਹੁਣੀ 10 ਵਜੇ ਜਿਹੜੇ ਦੇ ਕਰੀਬ ਪਿੰਡ ਪਹੁੰਚਦੇ ਆ, 600-700 ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ਦੇ ਵਿੱਚ ਰੱਸੀਆਂ ਬੰਨ੍ਹ ਕੇ ਲੋਕਾਂ ਨੂੰ ਵਿੱਚ ਆਉਣ ਤੋਂ ਰੋਕਿਆ ਗਿਆ। ਅਤੇ ਉਸ ਤੋਂ ਬਾਅਦ ਉਹ ਘਰ ਗਏ। ਤਕਰੀਬਨ 1.25 ਘੰਟਾ ਉਹ ਸਿੱਧੂ ਮੂਸੇਵਾਲੇ ਉਹਨਾਂ ਦੇ ਘਰ ਰਹੇ ਆ, ਉਹਨਾਂ ਦੇ ਪਿਤਾ ਦੇ ਨਾਲ, ਮਾਤਾ ਦੇ ਨਾਲ ਅਫਸੋਸ ਜ਼ਾਹਰ ਕੀਤਾ ਅਤੇ ਕਈ ਤਰ੍ਹਾਂ ਦੇ ਐਲਾਨ ਜਿਹੜੇ ਆ ਉਹਨਾਂ ਨੇ ਇਸ ਮੌਕੇ ਕੀਤੇ ਆ। ਇਸ ਮੌਕੇ ਜਿਹੜੀਆਂ ਤਸਵੀਰਾਂ ਵੀਡੀਓ ਜਾਰੀ ਹੋਈਆਂ ਉਹਨਾਂ ਵਿੱਚ ਦਿਸ ਰਿਹਾ ਆ ਕਿ ਉਹਨਾਂ ਦੇ ਪਿਤਾ ਦੇ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਤੈਨਾਤ ਸੀਗੇ। ਇੱਥੋਂ ਤੱਕ ਇੱਕ DSP ਪੱਧਰ ਦਾ ਅਧਿਕਾਰੀ ਤਾਂ ਉਹਨਾਂ ਦੇ ਮੋਢੇ ਫੜ ਕੇ ਬੈਠਾ ਰਿਹਾ ਕਿ ਕੋਈ ਜਜ਼ਬਾਤੀ ਹੋ ਕੇ ਕੋਈ ਇਹੋ ਜਿਹੀ ਕਾਰਵਾਈ ਨਾ ਕਰ ਦੇਣ ਜਿਹਦੇ ਕਰਕੇ ਮੁੱਖ ਮੰਤਰੀ ਨੂੰ ਸ਼ਰਮਸਾਰ ਹੋਣਾ ਪਵੇ। ਸੋ ਇਸ ਤਰੀਕੇ ਭਗਵੰਤ ਮਾਨ ਹੁਣੀ ਜਿਹੜੇ ਆ ਅਫਸੋਸ ਕਰਨ ਜਾ ਆਏ ਆ, ਜਿਸ ਤਰੀਕੇ ਦੀ ਤਵੱਕੋ ਉਹਨਾਂ ਤੋਂ ਰੱਖੀ ਜਾ ਰਹੀ ਸੀਗੀ। ਇਸ ਦੇ ਨਾਲ ਹੀ ਗੱਲ ਕਰਾਂਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ। ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਸਿਕਿਉਰਿਟੀ ਵਾਪਸ ਲਈ ਗਈ ਆ 424 ਦੇ ਕਰੀਬ ਜਾਣਿਆਂ ਤੋਂ, ਤਾਂ ਇਹ ਬੜੀ ਇਸ਼ਤਿਹਾਰਬਾਜ਼ੀ ਕੀਤੀ ਗਈ ਕਿ ਅਸੀਂ VVIP ਕਲਚਰ ਨੂੰ ਖਤਮ ਕਰ ਰਹੇ ਹਾਂ। ਜਿਹੜੀਆਂ ਹੈਡਲਾਈਨਸ ਬਣੀਆਂ, ਜਿਹੜੇ ਸਿਰਲੇਖ ਪਾਰਟੀ ਵੱਲੋਂ ਖੁਦ ਵੀ ਬਣਾਏ ਗਏ, ਉਹਨਾਂ ਵਿੱਚ ਵੱਡੀ ਪੱਧਰ ਦੇ ਉੱਤੇ ਗੱਲ ਪ੍ਰਚਾਰੀ ਗਈ ਸੀ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਸਿੱਧੂ ਮੂਸੇਵਾਲੇ ਤੋਂ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਆ। ਬੇਸ਼ੱਕ ਬਾਅਦ ਦੇ ਵਿੱਚ ਵਿਰੋਧ ਹੋਣ 'ਤੇ ਗੱਲ ਕਹੀ ਗਈ ਕਿ ਅਸੀਂ ਜਥੇਦਾਰ ਉਹਨਾਂ ਦੀ ਸਿਕਿਉਰਿਟੀ ਵਾਪਸ ਦੇਣ ਲਈ ਤਿਆਰ ਹਾਂ, ਪਰ ਜਥੇਦਾਰ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ। ਇੱਥੋਂ ਤੱਕ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਆਪਣੀ ਸਿਕਿਉਰਿਟੀ ਜਿਹੜੀ ਵਾਪਸ ਭੇਜ ਕੇ ਖੁਦ ਪਿਸਤੌਲ ਜਿਹੜਾ ਉੱਪਰ ਦੀ ਪਾ ਲਿਆ ਕਿ ਅਸੀਂ ਆਪਣੀ ਸਿਕਿਉਰਿਟੀ ਆਪ ਕਰ ਸਕਦੇ ਹਾਂ। ਹੁਣ ਕੀ ਹੋਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਦ ਅਕਾਲ ਤਖ਼ਤ ਸਾਹਿਬ ਨੂੰ Z ਸਿਕਿਉਰਿਟੀ ਦੇਣ ਦੀ ਜਿਹੜੀ ਆ ਪੇਸ਼ਕਸ਼ ਕੀਤੀ ਗਈ। ਜਿਉਂ ਹੀ ਖਬਰ ਜਿਹੜੀ ਆ ਬਾਹਰ ਆਈ ਤਾਂ ਸਿੱਖ ਹਲਕਿਆਂ ਦੇ ਵਿੱਚ ਬੜਾ ਚਿੰਤਾ ਵਾਲਾ ਮਾਹੌਲ ਸੀ ਕਿ ਇੱਕ ਪਾਸੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਜਿਹੜੀ ਹੈ ਜਥੇਦਾਰ ਨੇ ਠੁਕਰਾ ਦਿੱਤੀ ਆ, ਦੂਜੇ ਪਾਸੇ ਜੇ Z ਸਿਕਿਉਰਿਟੀ ਜਥੇਦਾਰ ਉਹਨਾਂ ਨੂੰ ਮਿਲ ਗਈ ਤਾਂ ਇਹਦਾ ਬੜਾ ਨੁਕਸਾਨ ਹੋਣਾ। ਵਿਰੋਧੀਆਂ ਨੂੰ ਜਿਹੜਾ ਆ ਗੱਲ ਕਰਨ ਦਾ ਮੌਕਾ ਮਿਲ ਜਾਣਾ ਆ ਕਿ ਹੁਣ ਪੰਜਾਬ ਸਰਕਾਰ ਦੀ ਸਿਕਿਉਰਿਟੀ ਠੁਕਰਾ ਦਿੱਤੀ ਸੀ, ਹੁਣ ਸੈਂਟਰ ਦੀ ਸਿਕਿਉਰਿਟੀ ਜਿਹੜੀ ਆ ਉਹ ਕਿਵੇਂ ਲਈ ਜਾ ਰਹੀ ਆ। ਸੋ ਸਿੱਧੇ ਤੌਰ ਦੇ ਉੱਤੇ ਦੋਸ਼ ਇਹ ਵੀ ਲੱਗਣੇ ਸੀਗੇ ਕਿ ਜਥੇਦਾਰ ਹੁਣੀ ਭਾਜਪਾ ਦੇ ਨਾਲ ਰਲ ਕੇ ਜਿਹੜੇ ਆ ਚੱਲ ਰਹੇ ਆ, ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ Z ਸੁਰੱਖਿਆ ਦੇਣ ਦਾ ਪ੍ਰਸਤਾਵ ਜਿਹੜਾ ਉਹਨਾਂ ਦੀ ਪੇਸ਼ਕਸ਼ ਸੀਗੀ ਉਹ ਇਹ ਕਹਿੰਦਿਆਂ ਠੁਕਰਾ ਦਿੱਤੀ ਹੈ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ। ਉਹ ਕਹਿੰਦੇ ਵੀ ਮੈਂ ਤਾਂ ਪ੍ਰਚਾਰ ਕਰਨ ਵਾਲਾ ਇੱਕ ਸ਼ਖਸ ਹਾਂ ਜਿਹਨੇ ਦੇਸ਼ ਵਿਦੇਸ਼ ਦੇ ਅੱਡ-ਅੱਡ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਨਾ ਆ, ਵੀ ਮੈਂ ਪ੍ਰਚਾਰ ਕਰੂੰਗਾ ਜਾਂ ਮੈਨੂੰ ਜਿਹੜੀ ਸਿਕਿਉਰਿਟੀ ਆ ਉਹ ਲੋਕਾਂ ਤੋਂ ਬਚਾ ਕੇ ਰੱਖੂਗੀ। ਸੋ Z ਸਿਕਿਉਰਿਟੀ ਦੇ ਦਾਇਰੇ ਅਧੀਨ ਉਹ ਕਹਿੰਦੇ ਵੀ ਮੈਂ ਪ੍ਰਚਾਰ ਨਹੀਂ ਕਰ ਸਕਦਾ ਅਤੇ ਨਾ ਹੀ ਸਾਨੂੰ ਸਿਕਿਉਰਿਟੀ ਦੀ ਲੋੜ ਆ। ਇਸ ਕਰਕੇ ਮੈਂ ਧੰਨਵਾਦ ਕਰਦਾ ਭਾਜਪਾ ਦਾ ਕਿ ਉਹਨਾਂ ਨੇ ਪੇਸ਼ਕਸ਼ ਕੀਤੀ ਆ, ਪਰ ਉਹਨਾਂ ਨੇ ਕੂਟਨੀਤੀ ਵਰਕੇ ਜਿਹੜੀ ਹੈ ਜੀ ਉਹ
ਇਹ ਸਿਕਿਉਰਿਟੀ ਲੈਣ ਤੋਂ ਨਾ ਕਰ ਦਿੱਤਾ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਸਾਹਾਂ 'ਚ ਸਾਹ ਆਇਆ ਕਿ ਇਹ ਲੋੜੀ ਗੱਲਬਾਤ ਉਹ ਜਿਹੜੇ ਆ ਜੀ ਬਚ ਗਏ। ਜੂਨ 84 ਦੇ ਘੱਲੂ ਘਾਰੇ ਦੀ ਗੱਲਬਾਤ ਚੱਲ ਰਹੀ ਆ ਤਾਂ ਅੱਜ 3 ਜੂਨ ਦਾ ਦਿਨ ਆ, ਪੰਚਮ ਪਾਤਸ਼ਾਹ ਦਾ ਗੁਰਪੁਰਬ ਉਦੋਂ ਵੀ ਸੀਗਾ, ਅੱਜ ਵੀ। ਅਤੇ ਬਹੁਤ ਦੂਰੋਂ ਸ਼ਰਧਾਲੂ ਜਿਹੜੇ ਆ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ, ਹਿਮਾਚਲ ਹਰਿਆਣੇ ਵਿੱਚੋਂ ਹੋਰ ਥਾਂ ਦੇ ਉੱਤੋਂ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਇਕੱਤਰ ਹੋਏ ਸੀ। ਬਹੁਤ ਹੀ ਗਰਮੀ ਸੀਗੀ, ਛਬੀਲਾਂ ਲੱਗ ਰਹੀਆਂ ਸੀਗੀਆਂ। ਇਸ ਦਿਨ ਨੂੰ ਇੰਦਰਾ ਗਾਂਧੀ ਵੱਲੋਂ ਹਮਲੇ ਦੇ ਵਾਸਤੇ ਚੁਣਿਆ ਗਿਆ। ਸੋ ਜੂਨ 84 ਨੂੰ ਸਿੱਖ ਹਰ ਸਾਲ ਮਹਿਸੂਸ ਕਰਦੇ ਆ। ਇਹ ਤਰਾਸਦੀ ਐਡੀ ਵੱਡੀ ਸੀ ਕਿ ਇਹਨੂੰ ਭੁੱਲਿਆ ਨਹੀਂ ਜਾ ਸਕਦਾ, ਕਿਉਂਕਿ ਉੱਥੇ ਜਿਹੜੀਆਂ ਫੌਜਾਂ ਚਾੜੀਆਂ ਗਈਆਂ ਉਹਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ। ਸਰਕਾਰੀ ਅੰਕੜੇ ਬੇਸ਼ੱਕ ਜੋ ਮਰਜ਼ੀ ਕਹਿੰਦੇ ਹੋਣ, ਪਰ ਫਿਰ ਵੀ ਜਿਹੜੇ ਉੱਥੇ ਚਸ਼ਮਦੀਦ ਗਵਾਹ ਆ, ਜੋ ਹੁਣ ਤੱਕ ਕਿਤਾਬਾਂ ਲਿਖ ਕੇ ਬਾਹਰ ਆ ਚੁੱਕੀਆਂ, ਉਹ ਦੱਸ ਰਹੀਆਂ ਕਿ 7000 ਤੋਂ ਲੈ ਕੇ 10,000 ਜਿਹੜੇ ਉੱਥੇ ਸ਼ਰਧਾਲੂ ਸੀਗੇ, ਜਿਹੜੇ ਅੱਡ-ਅੱਡ ਧਰਮਾਂ ਦੇ ਸੀ, ਅੱਡ-ਅੱਡ ਵਰਗਾਂ ਦੇ ਸੀ, ਸਿਰਫ ਉੱਥੇ ਮੱਥਾ ਟੇਕਣ ਪਹੁੰਚੇ ਹੋਏ ਸੀ, ਉਹਨਾਂ ਦਾ ਫੌਜ ਨੇ ਜਿਹੜਾ ਆ ਕਤਲ ਕੀਤਾ। ਹੁਣ ਇਸ ਵੱਡੇ ਦੁੱਖ ਨੂੰ ਘਟਾਉਣ ਵਾਸਤੇ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਮਾਫੀ ਮੰਗੀ ਜਾਂਦੀ, ਜ਼ਖਮਾਂ ਦੇ ਉੱਤੇ ਮੱਲ੍ਹਮ ਲਾਈ ਜਾਂਦੀ, ਭਾਈਚਾਰੇ ਨੂੰ ਲਾਗੇ ਲਿਆਂਦਾ ਗਿਆ। ਪਰ ਸਰਕਾਰ ਵੱਲੋਂ, ਸਰਕਾਰੀ ਮੀਡੀਆ ਵੱਲੋਂ, ਸਰਕਾਰੀ ਲੇਖਕਾਂ, ਬੁੱਧੀਜੀਵੀਆਂ ਵੱਲੋਂ ਅਜਿਹੇ ਬਿਰਤਾਂਤ, ਅਜਿਹੇ ਨੈਰੇਟਿਵ ਘੜੇ ਗਏ ਕਿ ਇਹਨੂੰ ਬਹੁਤ ਛੋਟੀ ਗੱਲ ਜਿਹੜੀ ਆ ਬਣਾ ਕੇ ਪੇਸ਼ ਕੀਤਾ ਗਿਆ। ਇਹੀ ਕਹੀ ਗਿਆ ਕਿ ਉਹ 150 ਬੰਦਾ ਸੀਗਾ ਜੀ, ਉਹ ਕੱਢਣਾ ਸੀਗਾ ਤਾਂ ਹਮਲਾ ਕਰਨਾ ਪੈ ਗਿਆ, ਐਡੀ ਉਹ ਗੱਲ ਨਹੀਂ ਹੈਗੀ। ਸੋ ਰਾਈਟ ਵੇ ਜਿਹੜਾ ਹੈ ਜੀ ਉਹ ਅਕਾਲ ਤਖਤ ਸਾਹਿਬ ਤਾਮੀਰ ਕਰਵਾਇਆ ਗਿਆ ਬੂਟਾ ਸਿੰਘ ਦੇ ਰਾਹੀਂ, ਅਤੇ ਪਰ ਸਿੱਖਾਂ ਨੇ ਉਹ ਕਬੂਲ ਨਾ ਕੀਤਾ। ਉਸ ਅਕਾਲ ਤਖਤ ਸਾਹਿਬ ਨੂੰ ਢਾਹ ਕੇ ਖੁਦ ਮੁੜ ਕੇ ਆਪਣੇ ਹੱਥੀਂ ਅਕਾਲ ਤਖਤ ਸਾਹਿਬ ਜਿਹੜਾ ਤਾਮੀਰ ਕੀਤਾ। ਇੰਦਰਾ ਗਾਂਧੀ ਦੇ ਬਾਰੇ ਇੱਕ ਜਿਹੜੀ ਇੰਟਰਵਿਊ ਰੀਸੈਂਟਲੀ ਇਸ ਦੁਲਟ ਦੇ ਨਾਲ ਯਾਦਵਿੰਦਰ ਕਰਫਿਊ ਨੇ ਵੀ ਕੀਤੀ, ਉਹਦੇ ਵਿੱਚ ਵੀ ਉਹ ਗੱਲ ਮੰਨਦੇ ਆ ਕਿ ਜਦੋਂ ਇੰਦਰਾ ਗਾਂਧੀ ਨੇ ਨੁਕਸਾਨ ਦੇਖਿਆ ਤਾਂ ਉਹ ਵੀ ਬੜੀ ਪਰੇਸ਼ਾਨ ਹੋ ਗਈ ਕਿ ਇੰਨਾ ਨੁਕਸਾਨ ਜਿਹੜਾ ਆ ਮੈਂ ਸੋਚਿਆ ਨਹੀਂ ਸੀ ਹੋਊਗਾ। ਕਿਉਂਕਿ ਜਿਹੜੇ ਫੌਜੀ ਜਰਨੈਲ ਸੀਗੇ ਬਰਾੜ ਵਰਗੇ, ਉਹਨਾਂ ਨੇ ਤਸਵੀਰ ਇਹ ਹੋਰ ਦਿਖਾਈ ਸੀਗੀ ਕਿ 2 ਘੰਟਿਆਂ ਦੇ ਵਿੱਚ ਅਸੀਂ ਸਾਰਾ ਕੁਝ ਟੇਢਾ ਕਰਕੇ ਰੱਖ ਦੇਣਾ ਆ, ਪਰ ਅੰਦਰੋਂ ਜਿਸ ਤਰੀਕੇ ਦੇ ਨਾਲ ਲੋਹੇ ਦੇ ਚਣੇ ਚਬਾਏ ਗਏ, ਉਸ ਤੋਂ ਬਾਅਦ ਫਿਰ ਬਰਾੜ ਹੁਣੀ ਗੁੱਸੇ ਵਿੱਚ ਆ ਕੇ ਟੈਂਕ ਵੀ ਵਰਤੇ, ਰੌਕਟ ਵੀ ਵਰਤੇ, ਕੈਮੀਕਲ ਹਥਿਆਰ ਜਿਹੜੇ ਵੀ ਵਰਤੇ ਆ। ਅਤੇ ਇੰਦਰਾ ਗਾਂਧੀ ਨੂੰ ਵੀ ਉਸੇ ਵੇਲੇ ਅਹਿਸਾਸ ਹੋ ਚੁੱਕਾ ਸੀਗਾ ਕਿ ਇਹ ਗਲਤੀ ਬਹੁਤ ਵੱਡੀ ਹੋ ਗਈ ਆ। ਇੱਥੋਂ ਤੱਕ ਕਿ ਹੁਣ ਤੱਕ ਖੁੱਲ੍ਹ ਕੇ ਜਿਹੜੇ IB ਦੇ ਅਧਿਕਾਰੀ, ਉਸ ਵੇਲੇ ਦੇ ਰਾਹ ਦੇ ਅਧਿਕਾਰੀ, ਹੋਰ ਖੁਫੀਆ ਏਜੰਸੀਆਂ ਦੇ ਅਧਿਕਾਰੀ, ਉਸ ਵੇਲੇ ਦੇ ਫੌਜੀ ਜਰਨੈਲ, ਪੁਲਿਸ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸਤਦਾਨ ਇਹ ਗੱਲ ਖੁੱਲ੍ਹ ਕੇ ਮੰਨਣ ਲੱਗੇ ਆ ਕਿ ਹਮਲਾ ਜਿਹੜਾ ਉਹ ਸਹੀ ਗੱਲ ਨਹੀਂ ਸੀਗੀ। ਹੋਰ ਬਹੁਤ ਸਾਰੇ ਰਾਹ ਸੀ, ਗੱਲਬਾਤ ਸੀਗੀ, ਹੋਰ ਤਰੀਕੇ ਸੀ ਜਿਨ੍ਹਾਂ ਦੇ ਨਾਲ ਮਸਲਾ ਹੱਲ ਕੀਤਾ ਜਾ ਸਕਦਾ ਸੀ। ਪਰ ਇੰਦਰਾ ਗਾਂਧੀ ਦੇ ਕਹੇ ਦੇ ਉੱਤੇ, ਕਾਂਗਰਸ ਪਰਿਵਾਰ, ਗਾਂਧੀ ਪਰਿਵਾਰ ਦੇ ਕਹੇ ਦੇ ਉੱਤੇ ਇਸ ਵੱਡੇ ਸਾਕੇ ਨੂੰ ਬਹੁਤ ਛੋਟਾ ਕਰਕੇ ਦਿਖਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਈ ਸਾਲ ਚੱਲਦੀਆਂ ਰਹੀਆਂ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਿੱਖ ਜਿਹੜੇ ਅਕਲਮੰਦ ਹੋਈ ਗਏ, ਬਹੁਤ ਕੁਝ ਸਿੱਖਿਆ ਦੇ ਵਿੱਚੋਂ, ਅੰਕੜੇ ਇਕੱਠੇ ਕੀਤੇ ਗਏ ਤਾਂ ਪਤਾ ਲੱਗਣ ਲੱਗ ਪਿਆ ਕਿ ਇਹ ਇੱਕ ਨੈਰੇਟਿਵ ਘੜਿਆ ਜਾ ਰਿਹਾ ਆ। ਅਸਲ ਦੇ ਵਿੱਚ ਗੱਲ ਜਿਹੜੀ ਆ ਉਹ ਬਹੁਤ ਵੱਡੀ ਆ। ਸੋ ਆਪਰੇਸ਼ਨ ਬਲੂ ਸਟਾਰ, ਨੀਲਾ ਤਾਰਾ ਆਪਰੇਸ਼ਨ, ਇਹ ਸਰਕਾਰ ਵੱਲੋਂ ਦਿੱਤੇ ਗਏ ਇਸ ਆਪਰੇਸ਼ਨ ਦੇ ਨਾਂ ਆ, ਪਰ ਸਿੱਖਾਂ ਨੇ ਇਹਨੂੰ ਤੀਜੇ ਘੱਲੂ ਘਾਰੇ ਦਾ ਨਾਂ ਦਿੱਤਾ। ਸਿੱਖਾਂ ਨੇ ਇਸੇ ਤਰ੍ਹਾਂ ਅਬਦਾਲੀ ਵੱਲੋਂ ਕੀਤੇ ਗਏ ਹਮਲੇ, ਜਿਹੜੇ ਜਿਹਾਦੀ ਸੀਗੇ, ਨਾਅਰਿਆਂ ਦੇ ਹੇਠ ਕੀਤੇ ਗਏ, ਉਹਨਾਂ ਨੂੰ ਅਬਦਾਲੀ ਵਾਲੇ ਦੇ ਨਾਂ ਨਾਲ ਨਹੀਂ ਸੀ ਪਛਾਣਿਆ, ਉਹਨਾਂ ਨੂੰ ਪਹਿਲੇ ਘੱਲੂ ਘਾਰੇ ਵਜੋਂ, ਦੂਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ। ਇਸੇ ਕਰਕੇ ਆਪਰੇਸ਼ਨ ਬਲੂ ਸਟਾਰ ਜਾਂ ਨੀਲਾ ਤਾਰਾ ਜਿਹੜਾ ਆਪਰੇਸ਼ਨ ਆ ਉਹ ਸਿੱਖਾਂ ਨੇ ਨਾ ਕਬੂਲ ਨਹੀਂ ਕੀਤਾ। ਸਿੱਖਾਂ ਵਾਸਤੇ ਤੀਜਾ ਘੱਲੂ ਘਾਰਾ ਆ ਬੈਟਲ ਆਫ ਅੰਮ੍ਰਿਤਸਰ ਹੈਗੀ ਆ। ਹੁਣ ਕਿਸੇ ਵੱਡੀ ਤਰਾਸਦੀ ਨੂੰ ਕਿਵੇਂ ਯਾਦ ਕਰਨਾ ਹੈ, ਇਹ ਵੀ ਸਟੇਟ ਤੈਅ ਕਰਨ ਲੱਗ ਪਵੇ ਤਾਂ ਕੌਮ ਵਾਸਤੇ ਚਿੰਤਾ ਵਾਲੀ ਗੱਲ ਹੁੰਦੀ ਆ। ਪਰ ਸ਼ੁਰੂ ਤੋਂ ਮੁੱਢ ਤੋਂ ਇਹ ਪਹਿਲਾਂ ਪੇਸ਼ ਕੀਤਾ ਗਿਆ ਕਿ ਇਹ ਲੜਾਈ ਜਿਹੜੀ ਆ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਵਿਚਾਲੇ ਸੀਗੀ, ਉਹ ਗੱਲ ਜਿਹੜੀ ਆ ਨਹੀਂ ਚੱਲੀ। ਫਿਰ ਗਿਆ ਕਿ ਇਹ ਲੜਾਈ ਜਿਹੜੀ ਆ ਇੰਦਰਾ ਗਾਂਧੀ ਵਰਸਸ ਸਿੱਖ ਸੀਗੀ, ਸਿੱਖਾਂ ਨੇ ਐਮਰਜੈਂਸੀ ਵੇਲੇ ਵਿਰੋਧ ਸੀਗਾ ਕੀਤਾ, ਇਸ ਕਰਕੇ ਜਿਹੜਾ ਜੀ ਉਹ ਇੰਦਰਾ ਗਾਂਧੀ ਨੇ ਚੜ੍ਹਾਈ ਕੀਤੀ ਆ, ਸਬਕ ਸਿਖਾਉਣਾ ਚਾਹੁੰਦੀ ਸੀ। ਪਰ ਜੇਕਰ ਤੁਸੀਂ ਹੁਣ ਤੱਕ ਦੇਖੋ ਵੀ ਹੁਣ ਤਾਂ ਇੰਦਰਾ ਗਾਂਧੀ ਦੀ ਸਰਕਾਰ ਹੈ ਨਹੀਂ ਗੀ, ਨਾ ਹੁਣ ਰਾਜੀਵ ਗਾਂਧੀ ਰਿਹਾ, ਨਾ ਸੰਜੇ ਗਾਂਧੀ ਰਿਹਾ, ਨਾ ਕਾਂਗਰਸ ਪਾਰਟੀ ਜਿਹੜੀ ਹੁਣ ਇਸ ਵੇਲੇ ਰਾਜ ਕਰਦੀ ਉਹ ਆਪੇ ਫਿਨਿਸ਼ ਹੋ ਗਏ। ਭਾਜਪਾ ਦੀ ਸਰਕਾਰ ਜਿਹੜੀ ਆਈ ਨੂੰ ਕਿੰਨੇ ਸਾਲ ਹੋ ਗਏ, ਉਦੋਂ ਪਹਿਲਾਂ ਹੋਰ ਸਰਕਾਰਾਂ ਵੀ ਬਣਦੀਆਂ ਰਹੀਆਂ, ਚਾਹੇ VP ਸਿੰਘ ਸੀ, ਚਾਹੇ ਚੰਦਰ ਸ਼ੇਖਰ ਸੀ, ਚਾਹੇ ਦੇਵ ਗੌੜਾ ਹੋਣੀ ਸੀ, ਚਾਹੇ ਗੁਜਰਾਲ ਸੀਗੇ, ਪਰ ਕੰਮ ਤਾਂ ਉਹੀ ਹੋ ਰਿਹਾ, ਬਦਲਿਆ ਤਾਂ ਕੁਛ ਵੀ ਨਹੀਂ। ਜੇ ਲੜਾਈ ਜਿਹੜੀ ਆ ਉਹ ਸਟੇਟ ਵਰਸਸ ਸੰਤ ਜਰਨੈਲ ਸਿੰਘ ਸੀਗੀ ਜਾਂ ਇੰਦਰਾ ਗਾਂਧੀ ਵਰਸਸ ਜਰਨੈਲ ਸਿੰਘ ਸੀ, ਸੋ ਸੰਤ ਜਰਨੈਲ ਸਿੰਘ ਨੂੰ 1984 ਦੇ ਵਿੱਚ ਸਰੀਰਕ ਤੌਰ ਦੇ ਉੱਤੇ ਖਤਮ ਕਰ ਦਿੱਤਾ ਗਿਆ ਸੀ। ਅਤੇ ਹੁਣ ਤੱਕ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਆ, UAPA ਦੇ ਅਧੀਨ ਗ੍ਰਿਫਤਾਰੀਆਂ ਹੁੰਦੀਆਂ, ਬੰਦੇ ਅੰਦਰ ਰੱਖੇ ਜਾਂਦੇ ਆ, ਕੇਸ ਚਲਾਏ ਜਾਂਦੇ ਆ, ਝੂਠੇ ਮੁਕਾਬਲਿਆਂ 'ਚ ਮਾਰੇ ਜਾਂਦੇ ਆ, ਉਹ ਸਭ ਕੀ ਸੀਗਾ। ਸੋ ਇਹ ਗੱਲ ਜਿਹੜੀ ਸਿੱਧੀ ਅਤੇ ਸਪਸ਼ਟ ਹੋ ਚੁੱਕੀ ਹੈ ਕਿ ਲੜਾਈ ਪੰਜਾਬ ਵਰਸਸ ਹਿੰਦੁਸਤਾਨ, ਪੰਜਾਬ ਵਰਸਸ ਸਟੇਟ ਆ, ਜਿਹੜੀ ਕਿ ਅਜੇ ਵੀ ਅੱਡ ਅੱਡ ਤਰੀਕਿਆਂ ਦੇ ਨਾਲ ਚੱਲ ਰਹੀ ਆ।
ਨਹੀਂ ਜੇ ਲੜਾਈ ਸਿਰਫ ਤੇ ਸਿਰਫ ਸਟੇਟ ਵਾਸਤੇ ਸੰਤ ਜਰਨੈਲ ਸਿੰਘ ਹੁੰਦੀ ਤਾਂ ਇਹ 84 ਦੇ ਵਿੱਚ ਇਹ ਮੁੱਕੀ ਹੋਣੀ ਸੀਗੀ। ਸੋ ਇਹ ਲੜਾਈ ਹਜੇ ਵੀ ਜਾਰੀ ਆ। ਕਦੀ ਗੋਲੀਆਂ ਮਾਰਦੇ ਆ ਅੜਤਾ ਪੰਜਾਬ ਦੇ, ਕਦੀ ਫਿਰ ਨਸ਼ੇ ਦੀਆਂ ਗੋਲੀਆਂ ਵੰਡਦੇ ਆ, ਕਹਿੰਦੇ ਉੜਤਾ ਪੰਜਾਬ ਹੈਗਾ ਆ। ਸੋ ਇਹ ਗੱਲ ਸਿੱਖਾਂ ਨੂੰ ਵੀ ਜਿਹੜੀ ਆ ਸਮਝਣੀ ਪੈਣੀ ਆ। ਅਸੀਂ ਅਕਸਰ ਜਿਹੜਾ ਆ ਕਹਿ ਸਕਦੇ ਹਾਂ ਕਿ ਪ੍ਰੋਪੇਗੰਡੇ ਦੇ ਵਿੱਚ ਉਲਝ ਜਾਂਦੇ ਆ। ਜੋ ਮੂੰਹ 'ਚ ਸਾਡੇ ਲਫ਼ਜ਼ ਪਾਏ ਜਾਂਦੇ ਆ ਉਹੀ ਅਸੀਂ ਕਹੀ ਜਾਂਦੇ ਆ। ਅਸੀਂ ਕਿੰਨੇ ਅਣਭੋਲੇ ਆ ਕਿ ਅਸੀਂ 15-20 ਸਾਲ ਤਾਂ ਜਿਹੜਾ ਦਿੱਲੀ ਦਾ ਕਤਲੇਆਮ ਉਹਨੂੰ ਦੰਗੇ ਹੀ ਕਹੀ ਗਏ ਆ, ਕਿਉਂਕਿ ਅਖਬਾਰਾਂ ਦੇ ਵਿੱਚ ਦੰਗੇ ਕਿਹਾ ਜਾਂਦਾ ਸੀਗਾ, ਮੀਡੀਆ ਦੰਗੇ ਕਹਿੰਦਾ ਸੀਗਾ। ਪਰ ਦੰਗੇ ਉਹ ਹੁੰਦੇ ਜਿਹੜੇ ਦੋ ਧਿਰਾਂ ਬਰਾਬਰ ਦੀਆਂ ਹੋਣ, ਭਿੜਨ ਨਾਲ ਦੋਨਾਂ ਪਾਸਿਆਂ ਦੇ ਬੰਦੇ ਮਰਨ। ਪਰ ਸਾਡਾ ਤਾਂ ਕਤਲੇਆਮ ਹੋਇਆ ਸੀਗਾ, ਜੈਨੋਸਾਈਡ ਹੋਈ ਸੀਗੀ, ਨਸਲਕੁਸ਼ੀ ਸੀਗੀ। ਉਹਨੂੰ ਤੁਸੀਂ ਕਾਰਨੇਜ ਕਹਿ ਸਕਦੇ ਆ, ਪ੍ਰੋਗਰਾਮ ਕਹਿ ਸਕਦੇ ਆ, ਪਰ ਕਿਸੇ ਵੀ ਤਰ੍ਹਾਂ ਉਹ ਰਾਈਟਸ ਜਾਂ ਦੰਗੇ ਨਹੀਂ ਸੀਗੇ। ਫਿਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਇਸ ਗੱਲ ਦੇ ਵਾਸਤੇ, ਉਹਨਾਂ ਨੇ ਇਸ ਉੱਤੇ ਇਤਰਾਜ਼ ਕੀਤਾ। ਜੈਨੋਸਾਈਡ ਦਾ ਲਫ਼ਜ਼ ਜਿਹੜਾ ਹੁਣ ਆਮ ਵਰਤਿਆ ਜਾਣ ਲੱਗਾ, ਗ੍ਰਹਿ ਮੰਤਰੀ ਭਾਰਤ ਦਾ ਰਿਹਾ ਰਾਜਨਾਥ ਸਿੰਘ ਖੁਦ ਕਹਿੰਦਾ ਕਿ ਹੁਣ ਇਹ ਜੈਨੋਸਾਈਡ ਸੀ। ਸੋ ਲਫ਼ਜ਼ਾਂ ਦੀ ਵੱਡੀ ਗੱਲ ਹੁੰਦੀ ਆ। ਸੋ ਇਹ ਲਫ਼ਜ਼ਾਂ ਦੇ ਬਾਰੇ ਅੜਨਾ ਚਾਹੀਦਾ ਹੁੰਦਾ। ਜਿਵੇਂ ਕਿ ਆਪਰੇਸ਼ਨ ਬਲੂ ਸਟਾਰ ਫੌਜੀ ਨਾਂ ਆ, ਸਾਡੇ ਵਾਸਤੇ ਨਾਂ ਇਹ ਸਦਾ ਤੀਜਾ ਘੱਲੂਘਾਰਾ ਜਿਹੜਾ ਰਹਿਣਾ ਆ ਜੀ। ਸੋ ਬਾਕੀ ਇੱਕ ਜਿਹੜੀ ਹੋਰ ਗੱਲ ਚੱਲਦੀ ਹੈ ਕਿ ਸਿੱਖ ਕਈ ਤਰ੍ਹਾਂ ਦੀ ਲੜਾਈ ਲੜਦੇ ਰਿਹਾ। ਪਹਿਲੀ ਗੱਲ ਤਾਂ 1984 ਦੇ ਵਿੱਚ ਫੌਜ ਨਾਲ ਲੜਾਈ ਲੜੀ। ਉਦੋਂ ਬਾਅਦ ਫਿਰ ਪੰਜਾਬ ਦੇ ਵਿੱਚ ਜਿਹੜਾ 10-12 ਸਾਲ ਸੰਘਰਸ਼ ਲੜਿਆ। ਫਿਰ ਉਸ ਲੜਾਈ ਨੂੰ, ਉਸ ਸੰਘਰਸ਼ ਨੂੰ ਜਿਹੜਾ ਬਦਨਾਮ ਕਰਨ ਦੇ ਵਾਸਤੇ ਚਾਲਾਂ ਚੱਲੀਆਂ ਗਈਆਂ, ਉਹਦੇ ਵਾਸਤੇ ਲਗਾਤਾਰ ਲੜਾਈ ਚੱਲ ਰਹੀ ਆ। ਹਜੇ ਵੀ ਸਿੱਖਾਂ ਦੇ ਘਰ ਮੁੰਡੇ ਜੰਮੇ ਕਹਿ ਦਿੰਦੇ ਜੀ ਦੇਖੋ ਸੰਤ ਜਰਨੈਲ ਸਿੰਘ ਨੂੰ ਉੱਥੇ ਜਾਣ ਦੀ ਕੀ ਲੋੜ ਸੀਗੀ। ਉਹ ਵੀ ਤਾਂ ਫਿਰ ਕਸੂਰਵਾਰ ਇਹ ਹੋਇਆ, ਜੇ ਉਹ ਬਾਹਰ ਹੁੰਦਾ ਕਿਤੇ ਆਪੇ ਨਾਲ ਦਰਬਾਰ ਸਾਹਿਬ ਢਹਿੰਦਾ। ਪਰ ਉਹ ਇਹ ਭੁੱਲ ਜਾਂਦੇ ਆ ਕਿ ਜਿਹੜੇ ਬਾਕੀ 37 ਗੁਰਦੁਆਰੇ ਸੀਗੇ ਉੱਥੇ ਕਿਹੜਾ ਜਰਨੈਲ ਸਿੰਘ ਲੁਕਿਆ ਹੋਇਆ ਸੀ, ਜਿਹੜੇ ਉੱਥੇ ਵੀ ਉਹਨਾਂ ਨੇ ਹਮਲੇ ਕੀਤੇ ਆ। ਹੋਰ ਉੱਥੇ ਪਿੰਡਾਂ ਦੇ ਵਿੱਚੋਂ ਬੰਦੇ ਕੱਢ ਕੇ ਜਿਹੜੇ ਮਾਰੇ ਆ। ਸੋ ਸਿੱਖਾਂ ਦੀ ਲੜਾਈ ਇਸ ਕਰਕੇ ਵੀ ਔਖੀ ਆ ਕਿ ਨਾ ਸਿਰਫ ਸਰਕਾਰ ਦੇ ਨਾਲ ਦੋ ਹੱਥ ਕਰਨੇ ਪੈਂਦੇ ਆ, ਸਾਡੇ ਘਰ ਜੰਮਿਆਂ ਦੇ ਨਾਲ ਵੀ ਜਿਹੜੇ ਦੋ ਹੱਥ ਕਰਨੇ ਪੈਂਦੇ ਆ, ਉਹਨਾਂ ਨੂੰ ਵੀ ਸਫਾਈਆਂ ਦੇਣੀਆਂ ਪੈਂਦੀਆਂ। ਇੰਨਾ ਕੁਛ ਬਾਹਰ ਆ ਜਾਣ ਦੇ ਬਾਵਜੂਦ ਵੀ ਕਈ ਜਿਹੜੇ ਆ ਝੂਠ ਨੂੰ ਝੂਠ ਮੰਨਣ ਵਾਸਤੇ ਰਾਜ਼ੀ ਨਹੀਂ। ਕਾਰਨ ਕੀ ਆ? ਕਿਉਂਕਿ ਕਿਸੇ ਨੇ 35 ਸਾਲ ਤੋਂ ਝੂਠ ਨੂੰ ਸੱਚ ਮੰਨਿਆ ਹੋਇਆ, ਕਿਸੇ ਨੇ 30 ਸਾਲ ਤੋਂ ਝੂਠ ਨੂੰ ਸੱਚ ਮੰਨਿਆ ਹੋਇਆ, ਕਿਸੇ ਨੇ 25 ਸਾਲ ਤੋਂ ਝੂਠ ਨੂੰ ਸੱਚ ਮੰਨਿਆ ਹੋਇਆ। ਉਹ ਜਦੋਂ ਝੂਠ ਹੁਣ ਉੱਗੜ ਕੇ ਸਾਹਮਣੇ ਆਉਂਦਾ ਤਾਂ ਆਪਣਾ ਆਪ ਅੰਦਰ ਸ਼ਰਮਿੰਦਾ ਹੁੰਦਾ। ਇੱਕ ਜ਼ਮੀਰ ਜਿਹੜੀ ਆ ਲਾਹਣਤ ਪਾਉਂਦੀ ਆ ਵੀ ਯਾਰ ਤੂੰ ਝੂਠ ਦੇ ਮਗਰੇ ਲੱਗਾ ਰਿਹਾ, ਉੱਲੂ ਬਣਿਆ ਰਿਹਾ। ਪਰ ਹੁਣ ਉਹ ਨਾ ਦਮ ਨਹੀਂ ਹੈਗਾ, ਇੰਨੀ ਜ਼ਰੂਰਤ ਨਹੀਂ ਹੈਗੀ ਵੀ ਕਹਿ ਸਕੀਏ ਵੀ ਮੈਂ ਝੂਠ ਦੇ ਮਗਰੋਂ ਹੁਣ ਲੈ ਕੇ ਸੱਚ ਨੂੰ ਸੱਚ ਕਹਿਣਾ। ਜਿਹੜੀ ਗੱਲ ਜਿਹੜੀ ਆ IB ਦੇ ਅਧਿਕਾਰੀ ਮੰਨ ਗਏ, ਰਾਹ ਦੇ ਅਧਿਕਾਰੀ ਮੰਨ ਗਏ, ਫੌਜੀ ਜਰਨੈਲ ਮੰਨ ਗਏ, ਵੱਡੇ ਵੱਡੇ ਉਸ ਵੇਲੇ ਦੇ ਪ੍ਰਸ਼ਾਸਨਿਕ ਅਧਿਕਾਰੀ ਮੰਨ ਗਏ, ਉਹ ਕਈ ਵਾਰੀ ਸਾਡੇ ਬੰਦਿਆਂ ਤੋਂ ਜਿਹੜੀ ਆ ਮੰਨਣੀ ਔਖੀ ਹੋ ਰਹੀ ਆ। ਤਾਂ ਉਹ ਝੂਠ ਲੈ ਕੇ ਕੈਰੀ ਔਨ ਹੁੰਦੇ ਰਹਿੰਦੇ ਆ। ਇੱਕ ਨਵੀਂ ਗੱਲ ਚੱਲੀ ਹੈ ਜੀ ਵੀ ਕਈ ਕਹਿ ਦਿੰਦੇ ਜੇ ਕੋਈ ਗੱਲ ਕਰਦਾ ਆ ਤੁਸੀਂ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਆ ਤਾਂ ਉੱਥੇ ਜਾ ਕੇ ਗੱਲ ਕਰੋ। ਤਾਂ ਸੋ ਬੇਸਿਕਲੀ ਜਦੋਂ ਬੰਦਾ ਇਹ ਕਹਿ ਰਿਹਾ ਹੁੰਦਾ ਵੀ ਉੱਥੇ ਜਾ ਕੇ ਗੱਲ ਕਰੋ, ਤਾਂ ਉਹ ਇਹ ਕਹਿ ਰਿਹਾ ਹੁੰਦਾ ਵੀ ਤੁਸੀਂ ਉੱਥੇ ਜਾਵੋ, ਤੁਹਾਨੂੰ ਫਿਰ ਜੱਗੀ ਜੌਹਲ ਵਾਂਗੂ, ਪਾਗਲ ਸਿੰਘ ਫਰਾਂਸ ਵਾਂਗੂ, ਜਸਵੰਤ ਸਿੰਘ ਸੰਦਰਲੈਂਡ ਵਾਂਗੂ ਅੰਦਰ ਦੇਣਗੇ ਜਾਂ ਦੀਪ ਸਿੱਧੂ ਵਾਂਗੂ ਫਿਨਿਸ਼ ਕਰ ਦੇਣਗੇ। ਸੋ ਇਹ ਟਾਊਟਾਂ ਦਾ ਕਿਹਾ ਮਿਹਣਾ ਹੁੰਦਾ ਇੱਕ ਤਰ੍ਹਾਂ ਦੇ ਨਾਲ। ਸੋ ਚਾਹੀਦਾ ਤਾਂ ਇਹ ਆ ਕਿ ਜਿਹੜੇ ਕਹਿੰਦੇ ਆ ਕਿ ਉੱਥੇ ਜਾ ਕੇ ਰਹੋ, ਉਹ ਖੁਦ ਉੱਥੇ ਜਾਣ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਛੱਡਣ ਅਤੇ ਪੰਜਾਬ ਜਾਂ ਭਾਰਤ ਜਾ ਕੇ ਰਹਿਣ, ਜਿੱਥੇ ਉਹ ਸਮਝਦੇ ਆ ਕਿ ਆਜ਼ਾਦੀ ਮਿਲ ਗਈ ਆ, ਆਜ਼ਾਦੀ ਦਾ ਨਿੱਘ ਬਹੁਤ ਮਿਲ ਗਿਆ ਆ। ਜਾਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਧੱਕਾ ਨਹੀਂ ਹੋ ਰਿਹਾ, ਕੋਈ ਵਿਤਕਰਾ ਨਹੀਂ ਹੋ ਰਿਹਾ, ਤਾਂ ਉਹਨਾਂ ਨੂੰ ਆਪਣੇ ਪਰਿਵਾਰ, ਆਪਣੇ ਬੱਚੇ ਲੈ ਕੇ ਤੁਰੰਤ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਗੈਰਾ ਸਾਰਾ ਛੱਡ ਕੇ ਵਾਪਸ ਜਾਣਾ ਚਾਹੀਦਾ। ਤੁਸੀਂ ਜਾ ਕੇ ਆਜ਼ਾਦੀ ਦਾ ਨਿੱਘ ਮੰਨਣਾ ਚਾਹੀਦਾ ਆ। ਸੋ ਕੌਮਾਂ ਦੀ ਜਿਹੜੀ ਲੜਾਈ ਹੁੰਦੀ ਆ ਉਹ ਕਦੀ ਵੀ ਸਾਰੀ ਕੌਮ ਅੱਗੇ ਹੋ ਕੇ ਨਹੀਂ ਲੜਦੀ। ਆਪਾਂ ਗੁਰੂ ਸਾਹਿਬ ਵੱਲੇ ਵੀ ਦੇਖਿਆ, ਖਾਲਸਾ ਰਾਜ ਤੋਂ ਪਹਿਲਾਂ ਵੀ ਦੇਖਿਆ, ਖਾਲਸਾ ਰਾਜ ਤੋਂ ਬਾਅਦ ਵੀ ਦੇਖਿਆ, ਹੁਣ ਵੀ ਦੇਖ ਰਹੇ ਹਾਂ। ਹੁੰਦਾ ਕੀ ਹੈ ਕਿ ਕੁਝ ਜਿਹੜੇ ਲੜਨ ਵਾਲੇ ਹੁੰਦੇ ਆ ਖਾੜਕੂ ਅੱਗੇ ਹੋ ਕੇ ਲੜਦੇ ਆ, ਬਾਕੀ ਕੌਮ ਪਿੱਛੇ ਰਹਿ ਕੇ ਉਹਨਾਂ ਦੀ ਮਦਦ ਕਰਦੀ ਆ। ਕੋਈ ਬੋਲ ਕੇ ਮਦਦ ਕਰਦਾ, ਕੋਈ ਲਿਖ ਕੇ ਮਦਦ ਕਰਦਾ, ਕੋਈ ਅੰਨ ਪਾਣੀ ਪਹੁੰਚਾ ਕੇ ਮਦਦ ਕਰਦਾ, ਕੋਈ ਉਹਨਾਂ ਨੂੰ ਪੈਸੇ ਧੇਲੇ ਨਾਲ ਮਦਦ ਕਰਦਾ, ਕੋਈ ਦੁਨੀਆ ਪੱਧਰ 'ਤੇ ਉਹਨਾਂ ਦੀ ਆਵਾਜ਼ ਬਣ ਕੇ ਮਦਦ ਕਰਦਾ। ਸੋ ਇਹ ਇੱਦਾਂ ਹੀ ਚੱਲਦਾ ਰਹਿੰਦਾ ਆ। ਹੁਣ ਇਹ ਕਿਹਨੇ ਅੱਗੇ ਹੋ ਕੇ ਲੜਨਾ, ਕਿਹਨੇ ਪਿੱਛੇ ਹੋ ਕੇ ਮਦਦ ਕਰਨੀ ਆ, ਇਹ ਕੌਮ ਨੇ ਰਣਨੀਤੀ ਘੜਨੀ ਆ, ਸਰਕਾਰੀ ਟਾਊਟਾਂ ਨੇ ਨਹੀਂ ਘੜਨੀ ਹੈਗੀ ਕਿ ਉਹ ਦੱਸਣ ਵੀ ਕਿਹੜਾ ਇੱਥੇ ਬਹਿ ਕੇ ਲੜੇ ਅਤੇ ਕਿਹੜਾ ਉੱਥੇ ਜਾ ਕੇ ਲੜੇ। ਸੋ ਇਹ ਗੱਲ ਜਦੋਂ ਕੋਈ ਕਹਿੰਦਾ ਹੁੰਦਾ ਤਾਂ ਉਹਨੂੰ ਇਸ ਤਰੀਕੇ ਠੋਕ ਕੇ ਜਵਾਬ ਜਿਹੜਾ ਦਿੱਤਾ ਜਾ ਸਕਦਾ ਆ। ਕੌਮ ਨੇ ਆਪਣੀ ਰਣਨੀਤੀ ਬਣਾਉਣੀ ਆ, ਆਪਣੀ ਸਮਝ ਨਾਲ ਬਣਾਉਣੀ ਆ, ਆਪਸੀ ਇਤਫਾਕ ਨਾਲ ਬਣਾਉਣੀ ਆ, ਨਾ ਕਿ ਦੁਸ਼ਮਣ ਦੇ ਟਾਊਟਾਂ ਦੀਆਂ ਸਲਾਹਾਂ ਜਾਂ ਉਹਨਾਂ ਦੇ ਮਿਹਣਿਆਂ ਦੇ ਨਾਲ। ਬਾਕੀ ਜਿਸ ਸ਼ਖਸ ਨੂੰ ਮੀਡੀਆ ਨੇ ਮਾੜਾ ਦਿਖਾਇਆ, ਜਿਸ ਨੂੰ ਸਾਰੀ ਦੁਨੀਆ ਦਾ ਜ਼ੋਰ ਲੱਗ ਗਿਆ ਵੀ ਇਹ ਮਾੜਾ ਆ, ਉਹ ਹੱਲੇ ਵੀ ਅਮਰ ਆ। ਉਹਦੀ ਤਸਵੀਰ ਸੰਤ ਜਰਨੈਲ ਸਿੰਘ ਦੀ ਅਜੇ ਵੀ ਵਿਕ ਰਹੀ ਆ ਅਤੇ ਬਾਕੀਆਂ ਨੂੰ ਕੋਈ ਪੁੱਛਦਾ ਕੋਈ ਨਹੀਂ। ਜੇ ਅੱਜ ਸਿਰਾਂ ਦੇ ਉੱਤੇ ਪੱਗਾਂ ਨੇ, ਇਸੇ ਕਰਕੇ ਨੇ ਕਿ ਜਿੱਤ ਹੋਈ ਆ। ਇਸ ਧਰਤੀ ਦੇ ਉੱਤੇ ਇੰਦਰਾ ਗਾਂਧੀ ਵਰਗੇ ਰਾਜ ਕਰਕੇ ਗਏ ਹੋਣ, ਇਹ ਕਹਿੰਦੇ ਹੁਣ ਅਸੀਂ ਪੱਗਾਂ ਵਾਲੇ ਨਹੀਂ ਰਹਿਣ ਦੇਣੇ, ਉੱਥੇ ਮੁੰਡੇ ਪੱਗਾਂ ਖਰੀਦਦੇ ਆ, ਪੱਗਾਂ ਬੰਨ੍ਹਦੇ ਆ, ਤਾਂ ਮਤਲਬ ਹੈ ਕਿ ਤੁਸੀਂ ਹਾਰੇ ਨਹੀਂ ਹੈਗੇ, ਤੁਸੀਂ ਜਿੱਤੇ ਆ। ਬਾਕੀ ਜੂਨ ਦਾ ਮਹੀਨਾ ਹਰ ਸਾਲ ਕੌਮ ਦੇ ਅੰਦਰ ਇੱਕ ਬਾਲ ਲੈ ਕੇ ਆਉਂਦਾ ਆ
ਤੇ ਇੱਕ ਵਾਲ ਹਰੇਕ ਸਿੱਖ ਦੇ ਜੇ ਅੰਦਰ ਆਉਂਦਾ ਆ ਤੇ ਇਹਦਾ ਮਤਲਬ ਹੈ ਤੁਹਾਡੀ ਜ਼ਮੀਰ ਜਿਹੜੀ ਆ ਜਿਉਂਦੀ ਆ, ਤੁਹਾਨੂੰ ਉਸ ਹਮਲੇ ਦਾ ਜਿਹੜਾ ਦੁੱਖ ਹੈਗਾ ਆ। ਜਿੱਤ ਹਾਰ ਕਦੇ ਵੀ ਮੈਨੇ ਨਹੀਂ ਰੱਖਦੀ ਹੁੰਦੀ, ਮੈਨੇ ਇਹ ਰੱਖਦਾ ਹੁੰਦਾ ਵੀ ਤੁਸੀਂ ਬੇਇਨਸਾਫੀ ਦੇ ਉਲਟ ਬੋਲੇ ਸੀ ਕਿ ਨਹੀਂ ਬੋਲੇ ਸੀ। ਇਹ ਬੇਇਨਸਾਫੀ ਦੇ ਉਲਟ ਬੋਲਣਾ ਹੀ ਜਿਹੜਾ ਤੁਹਾਡੇ ਜਿਉਂਦੇ ਹੋਣ ਦਾ ਸਬੂਤ ਹੁੰਦਾ ਆ। 84 ਦੇ ਵਿੱਚ ਇਹ ਲੜਾਈ ਸਾਡੇ ਗਲ ਪਾਈ ਗਈ ਸੀਗੀ ਤੇ ਇਹ ਲੜਾਈ ਜਿਹੜੀ ਸਾਡੇ ਸੂਰਮਿਆਂ ਨੇ ਲੜੀ ਆ। ਨਾਲ ਹੀ ਜਿਹੜੀ ਸਰਕਾਰ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਕੀਤੀ ਗਈ ਆ, ਹੋਰ 37 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ, ਉਹ ਸਿੱਧ ਕਰਦਾ ਵੀ ਲੜਾਈ ਸੰਤ ਜਰਨੈਲ ਸਿੰਘ ਕੱਲਿਆਂ ਨਾਲ ਨਹੀਂ ਸੀਗੀ, ਹੋਰ ਜਿਹੜੇ ਉਹਦੇ ਮਨਸ਼ੇ ਸੀਗੇ। ਸੋ ਇਹ ਜੰਗ ਜਿਹੜੀ ਆ ਸੂਰਮਗਤੀ ਦੇ ਨਵੇਂ ਰਿਕਾਰਡ ਬਣਾ ਕੇ ਲੜੀ ਗਈ ਆ। ਕੌਮ ਨੂੰ ਉਹਨਾਂ ਸੂਰਮਿਆਂ ਦੇ ਉੱਤੇ ਹਮੇਸ਼ਾ ਜਿਹੜਾ ਮਾਣ ਰਹਿਣਾ ਆ। ਜਿਸ ਇੰਦਰਾ ਨੇ, ਅਬਦਾਲੀ ਨੇ, ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਵੱਲ ਕੈਰੀ ਅੱਕ ਕੀਤੀ, ਉਹ ਨਹੀਂ ਰਹੇ। ਇਹ ਇੱਕ ਇਤਿਹਾਸ ਹੈਗਾ ਆ ਤੇ ਇਤਿਹਾਸ ਵਿੱਚ ਇੰਦਰਾ ਗਾਂਧੀ ਨੂੰ ਵੀ ਉਹਨਾਂ ਧਾੜਵੀਆਂ ਦੇ ਨਾਲ ਹੀ ਦੇਖਿਆ ਜਾਣਾ ਆ। ਜਦੋਂ ਕਿ ਸ਼੍ਰੀ ਦਰਬਾਰ ਸਾਹਿਬ ਅੱਜ ਵੀ ਜਿਹੜਾ ਮਨੁੱਖਤਾ ਦਾ ਸਰਬ ਸਾਂਝਾ ਸਥਾਨ ਹੈ ਉਹ ਮੌਜੂਦ ਆ। ਔਰੰਗਜ਼ੇਬ ਵਾਂਗ ਇੰਦਰਾ ਦੀ ਜੜ ਨਹੀਂ ਕਿਤੇ ਲੱਭਣੀ, ਨਾ ਕਾਂਗਰਸ ਪਾਰਟੀ ਕਿਤੇ ਲੱਭ ਰਹੀ ਆ। ਸੰਤ ਜਰਨੈਲ ਸਿੰਘ ਹੁਣਾਂ ਦੀ ਤਸਵੀਰ ਹੱਲੇ ਵੀ ਵਿਕਦੀ ਆ ਤੇ ਰਹਿੰਦੀ ਦੁਨੀਆ ਤੱਕ ਜਿਹੜੀ ਆ ਉਹ ਵਿਕਦੀ ਰਹਿਣੀ ਆ। ਉਹ ਇਸ ਲੜਾਈ ਤੋਂ ਬਾਅਦ ਤੇ ਉਹਨਾਂ ਦੇ ਸਾਥੀ ਜਿਹੜੇ ਸਦਾ ਦੇ ਵਾਸਤੇ ਅਮਰ ਹੋ ਗਏ। ਇੱਥੇ ਹੀ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਸੋਮਵਾਰ ਨੂੰ ਫਿਰ ਇੱਕ ਵਾਰੀ ਦੁਬਾਰਾ ਸਾਂਝ ਪਾਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।